ਹੈਲੋ एवरीवन। ਹਾਂਜੀ ਡੀਅਰ ਸਟੂਡੈਂਟਸ, ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ ਹੀ ਚੈਨਲ ਪ੍ਰੀਤੀ ਮੈਥ ਕਲਾਸਿਸ 'ਤੇ। ਬੱਚੇ, ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਕਿ 24 ਮਾਰਚ ਨੂੰ ਕਲਾਸ 10 ਦਾ PSEB ਦਾ ਮੈਥਸ ਦਾ ਪੇਪਰ ਹੈ ਅਤੇ ਇਸ ਪੇਪਰ ਦੀ ਤਿਆਰੀ ਲਈ ਆਪਾਂ ਆਪਣੇ ਚੈਨਲ 'ਤੇ ਪਹਿਲਾਂ ਹੀ ਬਹੁਤ ਸਾਰੀ ਵੀਡੀਓਜ਼ ਅਪਲੋਡ ਕਰ ਚੁੱਕੇ ਹਾਂ। ਇਹ ਜੋ ਵੀਡੀਓ ਹੈ ਇਹ ਸਪੈਸ਼ਲੀ ਉਹਨਾਂ ਬੱਚਿਆਂ ਦੀ ਡਿਮਾਂਡ 'ਤੇ ਬਣਾਈ ਗਈ ਹੈ ਜਿਨ੍ਹਾਂ ਦਾ ਮੀਡੀਅਮ ਇੰਗਲਿਸ਼ ਹੈ। ਬੱਚਿਓ, ਇਹ ਵੀਡੀਓ ਦੋਨੇ ਮੀਡੀਅਮਸ ਦੇ ਬੱਚਿਆਂ ਲਈ ਹੈਲਪਫੁਲ ਹੋਏਗੀ ਕਿਉਂਕਿ ਆਪਾਂ ਇਹਦੇ ਵਿੱਚ ਇਹਨਾਂ ਕੁਐਸਚਨਸ ਨੂੰ ਇੰਗਲਿਸ਼ ਦੇ ਨਾਲ ਨਾਲ ਪੰਜਾਬੀ ਵਿੱਚ ਵੀ ਸਮਝਾਂਗੇ। ਤਾਂ ਹੀ ਤੁਸੀਂ ਸਾਰੇ ਬੱਚਿਆਂ ਨੇ ਵੀਡੀਓ ਦੇਖਣੀ ਹੈ। ਜੋ ਇਹਦੇ ਵਿੱਚ ਕੁਐਸਚਨ ਦਿੱਤੇ ਨੇ ਬੱਚਿਓ, ਇਹ ਥੋੜ੍ਹੇ ਜਿਹੇ ਓਲਡ ਪੈਟਰਨ ਦੇ ਅਕੋਰਡਿੰਗ ਦਿੱਤੇ ਗਏ ਨੇ, ਬਟ ਆਪਾਂ ਜਿਹੜੇ ਕੁਐਸਚਨ ਕਰਾਂਗੇ ਇਹ ਸਾਰੇ ਇੰਪੋਰਟੈਂਟ ਕੁਐਸਚਨ ਨੇ, ਇਹਨਾਂ ਦੇ ਰਿਪੀਟ ਹੋਣ ਦੇ ਪੂਰੇ ਚਾਂਸਿਸ ਹਨ। ਆਪਾਂ ਇੱਕ ਵਾਰੀ ਪੈਟਰਨ ਦੇਖ ਲੈਂਦੇ ਹਾਂ ਕਿ ਆਪਣਾ ਜਿਹੜਾ ਪੇਪਰ ਦਾ ਪੈਟਰਨ ਹੋਏਗਾ ਉਹ ਕਿਸ ਤਰ੍ਹਾਂ ਹੋਏਗਾ। ਜਿਹੜਾ ਪਹਿਲਾ ਪਾਰਟ A ਆਏਗਾ, ਪਾਰਟ A ਦੇ ਵਿੱਚ ਤੁਹਾਨੂੰ ਆਉਣਗੇ 1 ਮਾਰਕ ਵਾਲੇ 20 ਕੁਐਸਚਨਸ ਆਉਣਗੇ, 2 ਮਾਰਕਸ ਵਾਲੇ 7 ਕੁਐਸਚਨ। ਤੀਜੇ ਪਾਰਟ ਦੇ ਵਿੱਚ ਪਾਰਟ C ਦੇ ਵਿੱਚ ਇਹ ਹੈਗਾ ਸੀ ਪਾਰਟ B, ਇਹ ਪਾਰਟ A। ਪਾਰਟ C ਦੇ ਵਿੱਚ ਆਉਣਗੇ ਆਪਾਂ ਨੂੰ 4 ਮਾਰਕਸ ਵਾਲੇ 7 ਕੁਐਸਚਨ ਅਤੇ ਲਾਸਟ ਆਪਣਾ ਪਾਰਟ D ਹੋਵੇਗਾ, ਇਹਦੇ ਵਿੱਚ ਆਉਣਗੇ ਆਪਾਂ ਨੂੰ 6 ਮਾਰਕਸ ਵਾਲੇ 3 ਕੁਐਸਚਨਸ। ਟੋਟਲ ਆਪਣਾ ਪੇਪਰ ਹੋਏਗਾ 80 ਮਾਰਕਸ ਦਾ ਅਤੇ ਟਾਈਮ ਆਪਾਂ ਨੂੰ ਮਿਲੂਗਾ 3 ਆਵਰਸ ਕਰਨ ਦੇ ਲਈ। ਚਲੋ ਦੇਖਦੇ ਆਪਾਂ ਜਿਹੜੇ ਆਪਣੇ ਇੰਪੋਰਟੈਂਟ 1 ਮਾਰਕਸ ਵਾਲੇ ਕੁਐਸਚਨਸ ਨੇ। ਪਹਿਲਾ ਕੁਐਸਚਨ ਹੈਗਾ ਵਟ ਇਜ਼ ਦ ਕਾਮਨ ਡਿਫਰੈਂਸ ਆਫ AP, ਕਿ ਜਿਹੜੀ ਇਹ ਅੰਗਨਿਤਕ ਲੜੀ ਦਿੱਤੀ ਹੈ ਇਸ ਦਾ ਕਾਮਨ ਡਿਫਰੈਂਸ ਕਿੰਨਾ ਹੈ। ਕਾਮਨ ਡਿਫਰੈਂਸ ਮੀਨਸ ਸਾਂਝਾ ਅੰਤਰ। ਤਾਂ ਸਾਂਝਾ ਅੰਤਰ ਕਾਮਨ ਡਿਫਰੈਂਸ ਕੱਢਣ ਦਾ ਤਰੀਕਾ ਕੀ ਹੈ ਕਿ ਸੈਕਿੰਡ ਟਰਮ ਚੋਂ ਫਰਸਟ ਟਰਮ ਨੂੰ ਮਾਈਨਸ ਕਰ ਦਿਓ। ਦੇਖੋ 1 ਦੇ ਵਿੱਚ ਆਪਾਂ 3 ਨਹੀਂ ਘਟਾ ਸਕਦੇ, ਹੈ ਨਾ ਘਟਾ ਸਕਣ ਦਾ ਮਾਈਨਸ। ਹੁਣ ਇਹਨੂੰ ਉਲਟਾ ਘਟਾ ਲਓ, 3 ਚੋਂ 1 ਘਟਾਵਾਂਗੇ ਤਾਂ ਕਿੰਨਾ ਆ ਜਾਊਗਾ 2, ਤਾਂ ਆਪਣਾ ਆਂਸਰ ਆ ਗਿਆ -2। B ਆਪਸ਼ਨ ਇਜ਼ ਦਾ ਰਾਈਟ ਆਂਸਰ। ਸੈਕਿੰਡ, ਵਿਚ ਆਫ ਦਾ ਫੋਲੋਇੰਗ ਇਜ਼ ਦਾ ਰੈਸ਼ਨਲ ਨੰਬਰ, ਕੀ ਹੇਠ ਲਿਖਿਆਂ ਵਿੱਚੋਂ ਕਿਹੜੀ ਰੈਸ਼ਨਲ ਸੰਖਿਆ ਹੈਗੀ ਹੈ, ਮੀਨਸ ਪ੍ਰਮੇਯ ਸੰਖਿਆ ਹੈਗੀ ਹੈ। ਤਾਂ ਦੇਖੋ ਜਿਹੜਾ ਵਰਗਮੂਲ 9 ਹੁੰਦਾ ਇਹ ਬਰਾਬਰ ਹੁੰਦਾ 3 ਦੇ, 3 ਇੱਕ ਪ੍ਰਮੇਯ ਸੰਖਿਆ ਹੈ, ਤਾਂ ਆਪਣਾ ਆਂਸਰ ਆ ਜਾਏਗਾ A ਆਪਸ਼ਨ। ਵਰਗਮੂਲ 3 ਇੱਕ ਇਰੈਸ਼ਨਲ ਨੰਬਰ ਹੈ ਇਹ, ਠੀਕ ਹੈ, ਅਪਰਮੇਯ ਸੰਖਿਆ ਹੈ। ਪਾਈ ਇਜ਼ ਆਲਸੋ ਅ ਇਰੈਸ਼ਨਲ ਨੰਬਰ। ਅਤੇ ਦੇਖੋ ਜਿਹੜਾ ਇਹ B ਆਪਸ਼ਨ ਸੀ ਇਹਦੇ ਵਿੱਚ ਜਿਹੜੇ ਡੈਸੀਮਲ ਤੋਂ ਬਾਅਦ ਡਿਜਿਟਸ ਨੇ ਇਹ ਰਿਪੀਟ ਨਹੀਂ ਹੋ ਰਹੇ, ਹੈ ਨਾ, ਸੇਮ ਰਿਪੀਟ ਨਹੀਂ ਹੋ ਰਹੇ, ਹਰ ਵਾਰੀ ਡਿਫਰੈਂਟ ਨੰਬਰਸ ਆ ਰਹੇ ਨੇ, ਤਾਂ ਕਰਕੇ ਇਹ ਵੀ ਕੀ ਹੈ ਇਰੈਸ਼ਨਲ ਹੈ, ਤਾਂ ਆਪਣਾ ਆਂਸਰ ਆਏਗਾ A ਆਪਸ਼ਨ। ਥਰਡ, ਫਰੋਮ ਦੀ ਗਿਵਨ ਗ੍ਰਾਫ ਆਫ ਦਾ ਸੋਲਿਊਸ਼ਨ ਆਫ ਪੇਅਰ ਆਫ ਇਕੁਏਸ਼ਨਸ। ਦੇਖੋ ਆਪਾਂ ਨੂੰ ਇੱਥੇ ਦੋ ਗ੍ਰਾਫ ਦੇ ਵਿੱਚ 2 ਇਕੁਏਸ਼ਨਸ ਦਿੱਤੀਆਂ ਹੋਈਆਂ ਨੇ। ਪਹਿਲੀ ਹੈਗੀ ਹੈ x - 2y = 0 ਅਤੇ ਦੂਜੀ ਹੈਗੀ ਹੈ 3x + 4y = 20। ਇਸ ਦਾ ਆਪਾਂ ਨੇ ਹੱਲ ਦੱਸਣਾ। ਹੱਲ ਕੀ ਹੁੰਦਾ, ਜਿੱਥੇ ਦੋਨੇ ਸਮੀਕਰਨਾਂ ਆਪਸ ਇੱਕ ਦੂਜੇ ਨੂੰ ਕੱਟਦੀਆਂ ਨੇ ਉਹੀ ਹੀ ਇਹਨਾਂ ਸਮੀਕਰਨਾਂ ਦਾ ਹੱਲ ਹੁੰਦਾ, ਇਕੁਏਸ਼ਨਸ ਦਾ ਸੋਲਿਊਸ਼ਨ ਹੁੰਦਾ। ਦੇਖੋ ਇਹ ਇੰਟਰਸੈਕਟ ਕਰ ਰਹੀਆਂ ਨੇ ਕਿਸ ਪੁਆਇੰਟ 'ਤੇ 4,2 'ਤੇ, Q ਪੁਆਇੰਟ 'ਤੇ ਕੱਟ ਕਰ ਰਹੀਆਂ ਨੇ, ਤਾਂ ਆਪਣਾ ਆਂਸਰ ਆ ਜਾਏਗਾ D ਆਪਸ਼ਨ 4,2, ਠੀਕ ਹੈ। 4 ਹੈਗਾ x ਇਜ਼ ਦਾ ਪੁਆਇੰਟ ਅਤੇ 2 ਹੈਗਾ ਆਪਣਾ y ਇਜ਼ ਦਾ ਪੁਆਇੰਟ। ਫੋਰਥ ਕੁਐਸਚਨ, ਵਟ ਇਜ਼ ਅ ਪ੍ਰੋਡਕਟ ਆਫ HCF ਐਂਡ LCM ਆਫ 2 ਨੰਬਰਸ। ਦੇਖੋ ਅਗਰ 2 ਨੰਬਰ ਆਪਾਂ ਨੂੰ ਦਿੱਤੇ ਨੇ ਤਾਂ ਉਹਨਾਂ ਦੇ ਅਗਰ ਆਪਾਂ HCF ਅਤੇ LCM ਦੀ ਮਲਟੀਪਲਾਈ ਕਰ ਦਿੰਦੇ ਹਾਂ ਤਾਂ ਇਹ ਹੁੰਦਾ ਇਕੁਅਲ ਪ੍ਰੋਡਕਟ ਆਫ 2 ਨੰਬਰਸ, ਠੀਕ ਹੈ, ਕਿ ਜਿਹੜੇ 2 ਨੰਬਰਸ ਨੇ ਉਹਨਾਂ ਦੀ ਪ੍ਰੋਡਕਟ ਦੇ ਇਕੁਅਲ ਹੁੰਦਾ ਹੈ HCF ਅਤੇ LCF ਦੀ ਮਲਟੀਪਲਾਈ। HCF ਅਤੇ LCM ਦੀ ਗੁਣਾ ਬਰਾਬਰ ਹੁੰਦੀ ਹੈ ਦੋਨੇ ਸੰਖਿਆਵਾਂ ਦੀ ਗੁਣਾ ਦੇ, ਮਲਟੀਪਲੀਕੇਸ਼ਨ ਮੀਨਸ ਗੁਣਾ। ਫਿਫਥ ਕੁਐਸਚਨ, if alpha and beta are the zeros of a quadratic polynomial then what is the value of alpha beta। alpha beta means ਸਿਫਰਾਂ ਦੀ ਗੁਣਾ, ਪ੍ਰੋਡਕਟ ਆਫ ਜ਼ੀਰੋਜ਼, ਇਹ ਇਕੁਅਲ ਹੁੰਦੀ ਹੈ C/A। ਅਗਰ ਸਮ ਆਫ ਜ਼ੀਰੋਜ਼ ਹੋਊਗਾ ਤਾਂ ਉਹ ਹੋਏਗੀ -B/A। ਇੱਥੇ ਆਪਾਂ ਨੇ ਅਲਫਾ ਬੀਟਾ ਕੱਢਣਾ ਮੀਨਸ ਜ਼ੀਰੋਜ਼ ਦੀ ਗੁਣਾ, ਪ੍ਰੋਡਕਟ ਆਫ ਜ਼ੀਰੋਜ਼, ਅਤੇ ਇਕੁਅਲ ਹੁੰਦੇ ਨੇ ਆਪਣੇ C/A ਦੇ, ਹੈ ਨਾ, C/A। ਨੈਕਸਟ ਕੁਐਸਚਨ, ਆਪਾਂ ਨੂੰ ਇੱਕ 2 ਘਾਤੀ ਸਮੀਕਰਨ ਦਿੱਤੀ ਹੈ, ਕੁਆਡਰੇਟਿਕ ਇਕੁਏਸ਼ਨ ਗਿਵਨ ਹੈ। ਇਸਦੇ ਆਪਾਂ ਨੂੰ ਦੱਸਣੇ ਨੇ ਕਿ ਇਹਦੇ ਡਿਸਟਿੰਕਟ ਰੀਅਲ ਰੂਟਸ ਹੋਣਗੇ, 2 ਇਕੁਅਲ ਰੀਅਲ ਰੂਟਸ ਹੋਣਗੇ, ਜਾਂ ਫਿਰ ਕੋਈ ਰੀਅਲ ਰੂਟ ਨਹੀਂ ਹੋਊਗਾ, ਜਾਂ ਫਿਰ 2 ਤੋਂ ਜ਼ਿਆਦਾ ਹੋਣਗੇ। ਦੇਖੋ ਅਗਰ ਇਸਦੀ ਹਾਈਐਸਟ ਪਾਵਰ 2 ਹੈ ਤਾਂ ਇਟਸ ਮੀਨ ਇਸਦੇ 2 ਹੀ ਇਹਦੇ ਰੂਟਸ ਹੋਣਗੇ, ਜਿੰਨੀ ਪਾਵਰ ਹੋਊਗੀ ਉਨੇ ਹੀ ਰੂਟਸ ਹੋਣਗੇ। ਇਹਦਾ ਮਤਲਬ ਕਲੀਅਰ ਆਪਾਂ ਨੂੰ ਕਿ ਇਹਦੇ 2 ਹੀ ਰੂਟਸ ਹੋਣਗੇ। ਹੁਣ ਆਪਾਂ ਨੇ ਇਹ ਦੇਖਣਾ ਹੈ ਕਿ ਉਹ ਸੇਮ ਹੋਣਗੇ ਜਾਂ ਵੱਖ-ਵੱਖ ਹੋਣਗੇ। ਤਾਂ ਇਹਦੇ ਲਈ ਤਾਂ ਤੁਸੀਂ ਡਿਸਕ੍ਰਿਮੀਨੇਟ ਫਾਈਂਡ ਕਰੋਗੇ। ਡਿਸਕ੍ਰਿਮੀਨੇਟ ਦਾ ਫਾਰਮੂਲਾ B² - 4AC।
ए की वैल्यू देखो 2 है, बी की वैल्यू -√5 है, तो सी की वैल्यू हैगी उरे 1। तो आप वैल्यूज फिल कर देंगे। -√5 ਦਾ ਸਕੇਅਰ ਕਰਾਂਗੇ ਤਾਂ ਇਹ ਆ ਜਾਊਗਾ 5, ਮਾਈਨਸ ਮਾਈਨਸ ਕੈਂਸਲ ਹੋ ਜਾਣਗੇ। √5 ਦੀ √5 ਨਾਲ ਮਲਟੀਪਲਾਈ ਕਰਾਂਗੇ ਤਾਂ ਕੀ ਆ ਜਾਊ ਓਨਲੀ 5। 4 2 ज़ा 8, 8 1 ज़ा 8। ਹੁਣ 5 ਚੋਂ 8 ਆਪਾਂ ਨਹੀਂ ਘਟਾ ਸਕਦੇ ਤਾਂ ਨਾ ਘਟਾ ਸਕਣ ਦੀ ਆਪਾਂ ਲਾ ਦਾਂਗੇ ਮਾਈਨਸ, ਤੇ ਉਲਟਾ ਘਟਾ ਲਓ ਫਿਰ 8 ਚੋਂ 5 ਘਟਾਵਾਂਗੇ ਤਾਂ 3, ਤਾਂ -3 ਆਪਣਾ ਕੀ ਆ ਜਾਊਗਾ ਆਨਸਰ। ਜਦੋਂ ਡਿਸਕ੍ਰਿਮੀਨੈਂਟ ਤੁਹਾਡਾ ਨੈਗੇਟਿਵ ਆਵੇ, ਠੀਕ ਹੈ, ਕੀ ਆਵੇ ਆਪਣੇ ਕੋਲ ਨੈਗੇਟਿਵ ਆਵੇ, ਤਾਂ ਆਪਾਂ ਕਹਾਂਗੇ ਕਿ ਦਿਸ ਕੁਆਡਰੇਟਿਕ ਇਕੁਏਸ਼ਨ ਹੈਜ਼ ਨੋ ਰੀਅਲ ਰੂਟ, ਇਹਦਾ ਕੋਈ ਰੀਅਲ ਰੂਟ ਨਹੀਂ ਹੈਗਾ ਅਗਰ ਮਾਈਨਸ 'ਚ ਆ ਜਾਂਦਾ ਹੈ। ਠੀਕ ਹੈ, ਪੰਜਾਬੀ 'ਚ ਕੀ ਕਹਾਂਗੇ ਕਿ ਇਸ ਦਾ ਕੋਈ ਵਾਸਤਵਿਕ ਹੱਲ ਨਹੀਂ ਹੈ। ਨੈਕਸਟ ਕੁਐਸਚਨ, sin 2a is equal to 2 sin a is true only if value of a is, ਕਿ ਇਹ ਦੋਨੇ ਬਰਾਬਰ ਉਦੋਂ ਹੀ ਹੋਣਗੇ ਜਦੋਂ a ਦੀ ਵੈਲਿਊ ਕਿੰਨੀ ਹੋਏਗੀ 0। a ਦੀ ਵੈਲਿਊ 0 ਕਰਨ 'ਤੇ sin 2a 2 sin a ਦੇ ਇਕੁਅਲ ਹੋ ਜਾਂਦਾ ਹੈ। ਨੈਕਸਟ ਕੁਐਸਚਨ, ਵਟ ਇਜ਼ ਅ ਕੋਆਰਡੀਨੇਟਸ ਆਫ ਏ ਪੁਆਇੰਟ ਪ੍ਰੈਜ਼ੈਂਟ ਔਨ ਬੋਥ ਐਕਸਿਸ, ਕਿ ਕੋਈ ਪੁਆਇੰਟ ਹੈ ਜਿਹੜਾ ਕਿ ਦੋਨੋਂ ਐਕਸਿਸ ਦੇ ਉੱਪਰ ਪ੍ਰੈਜ਼ੈਂਟ ਹੈ। ਉਹ ਪੁਆਇੰਟ ਨੂੰ ਆਪਾਂ ਕੀ ਕਹਿੰਦੇ ਆ, ਜਿਹੜਾ ਦੋਨੋਂ ਐਕਸਿਸ 'ਤੇ ਹੁੰਦਾ ਉਸ ਨੂੰ ਆਪਾਂ ਕਹਿੰਦੇ ਹਾਂ ਓਰੀਜਨ, ਮੂਲ ਬਿੰਦੂ, ਅਤੇ ਇਹਦੇ ਕੋਆਰਡੀਨੇਟਸ ਕੀ ਹੁੰਦੇ ਨੇ 0,0, ਬੀ ਆਪਸ਼ਨ। 9th ਕੁਐਸਚਨ, ਦੀ ਮੈਕਸੀਮਮ ਨੰਬਰ ਆਫ ਜ਼ੀਰੋਜ਼ ਆਫ ਦੀ ਪੋਲੀਨੋਮੀਅਲ, ਦੇਖੋ ਜਿਹੜੀ ਪੋਲੀਨੋਮੀਅਲ ਹੈ ਇਹਦੀ ਹਾਈਐਸਟ ਪਾਵਰ ਕਿੰਨੀ ਹੈ 2 ਹੈ, ਤਾਂ ਇਹਦੀ ਮੈਕਸੀਮਮ ਨੰਬਰ ਆਫ ਜ਼ੀਰੋਜ਼ ਵੀ ਕਿੰਨੇ ਹੋਣਗੇ 2। ਜਿੰਨੀ ਹਾਈਐਸਟ ਪਾਵਰ ਹੋਏਗੀ ਓਨੇ ਹੀ ਈਜ਼ੀਆਂ ਜ਼ੀਰੋਜ਼ ਹੋਣਗੀਆਂ। The next question is, what is the value of cos A from the given triangle ABC, ਕਿ ਜਿਹੜੀ triangle ABC ਆਪਾਂ ਦਿੱਤੀ ਹੈ, ਆਪਾਂ ਨੇ cos A ਦੀ ਵੈਲਿਊ ਨਿਕਾਲਣੀ ਹੈ। ਤਾਂ ਬੱਚਿਓ ਇੱਕ ਚੀਜ਼ ਧਿਆਨ 'ਚ ਰੱਖਣੀ ਹੈ ਕਿ ਜਿਹੜਾ ਸਾਈਨ ਹੁੰਦੇ ਇਹ ਇਕੁਅਲ ਹੁੰਦੇ P/H, cos ਹੁੰਦੇ B/H, ਅਤੇ ਜਿਹੜਾ tan ਹੁੰਦਾ ਇਹ ਹੁੰਦਾ ਆਪਣਾ P/B। ਆਪਾਂ ਨੇ ਫਾਈਂਡ ਕਰਨਾ cos A, ਤਾਂ cos A ਕਿਹਦੇ ਇਕੁਅਲ ਹੋ ਜਾਏਗਾ B/H ਦੇ, ਹੈ ਨਾ। ਤਾਂ ਇਹ ਐਂਗਲ ਯੂਜ਼ ਹੋਇਆ ਉਰੇ, ਐਂਗਲ ਦੇ ਸਾਹਮਣੇ ਵਾਲੀ ਜਿਹੜੀ ਸਾਈਡ ਹੋਏਗੀ ਉਹ ਆਪਣੀ P, ਨੀਚੇ ਵਾਲੀ B, ਅਤੇ ਜੋ ਟੇਢੀ ਸਾਈਡ ਹੋਏਗੀ ਸਲੈਂਟਿੰਗ ਲਾਈਨ ਹੋਏਗੀ ਉਹ ਆਪਣੀ ਹਾਈਪੋਟਨਿਊਜ਼। ਠੀਕ ਹੈ, ਜਿਹੜੀ ਹਾਈਪੋਟਨਿਊਜ਼ ਹੈ ਇਹਦੀ ਪਹਿਚਾਣ ਕੀ ਹੈ ਕਿ ਇਹ ਟਰਾਇੰਗਲ ਦੀ ਸਭ ਤੋਂ ਬੜੀ ਲੈਂਥ ਵਾਲੀ ਸਾਈਡ ਹੁੰਦੀ ਹੈ। ਹੁਣ B ਦੀ ਵੈਲਿਊ ਕਿੰਨੀ ਹੈ ਆਪਣੇ ਕੋਲ 3, H ਦੀ ਕਿੰਨੀ ਹੈ 5, ਤਾਂ cos ਦੀ ਵੈਲਿਊ ਕਿੰਨੀ ਆ ਗਈ 3/5। ਸਿਮਿਲਰਲੀ ਅਗਰ ਆਪਾਂ ਨੂੰ ਸਾਈਨ ਦੀ ਕਹਿੰਦੇ ਤਾਂ ਸਾਈਨ ਦੀ ਆਣੀ ਸੀ 4/5। ਅਗਰ tan ਦੀ ਕਹਿੰਦੇ ਫਾਈਂਡ ਕਰਨ ਲਈ ਤਾਂ tan ਦੀ ਬਣਨੀ ਸੀ ਆਪਣੀ P/B ਮੀਨਸ 4/3। 11th ਕੁਐਸਚਨ, ਦ ਸ਼ੇਪ ਆਫ ਅ ਗਿੱਲੀ, ਦੇਖੋ ਤੁਸੀਂ ਗਿੱਲੀ ਡੰਡਾ ਖੇਡਦੇ ਹੋ ਨਾ ਤੁਸੀਂ, ਤਾਂ ਉਹਦੀ ਇੱਕ ਸ਼ੇਪ ਦਿੱਤੀ ਗਈ ਹੈ ਉਰੇ, ਤਾਂ ਕਹਿੰਦੇ ਇਹ ਕਿਸ ਕਿਸ ਤੋਂ ਮਿਲ ਕੇ ਬਣੀ ਹੈ, ਇਹ ਮਿਲ ਕੇ ਬਣੀ ਹੈ ਇੱਕ ਸਿਲੰਡਰ ਤੋਂ। ਦੇਖੋ ਇੱਕ ਸਿਲੰਡਰ ਹੈ ਸੈਂਟਰ ਦੇ ਵਿੱਚ, ਅਤੇ ਸਾਈਡ ਦੇ ਵਿੱਚ ਇਹਦੇ ਕੋਲ ਕੀ ਨੇ 2 ਕੋਨਸ ਨੇ, ਸਾਈਡ 'ਤੇ ਇਹਦੇ 2 ਕੋਨਸ ਨੇ, ਸੈਂਟਰ ਦੇ ਵਿੱਚ ਸਿਲੰਡਰ ਹੈ, ਤਾਂ ਆਪਣਾ ਆਨਸਰ ਆ ਜਾਏਗਾ C ਆਪਸ਼ਨ 2 ਕੋਨਸ ਐਂਡ ਅ ਸਿਲੰਡਰ। ਨੈਕਸਟ ਕੁਐਸਚਨ, ਦ ਵਿਕਟਸ ਟੇਕਨ ਬਾਏ ਅ ਬੋਲਰ ਇਨ 10 ਵਿਕਟਸ ਮੈਚਿਸ ਆਰ ਦੀ ਫੋਲੋਇੰਗ, ਕਿ ਇੱਕ ਕ੍ਰਿਕਟਰ ਨੇ 10 ਗੇਂਦਾਂ ਦੇ ਵਿੱਚ ਜਿਹੜੀ ਵਿਕਟਸ ਲਿੱਤੀਆਂ ਨੇ ਉਹ ਆਪਾਂ ਦਿੱਤੀਆਂ ਹੋਈਆਂ ਨੇ, ਆਪਾਂ ਨੇ ਇਹਦਾ ਮੋਡ ਕੱਢਣਾ। ਮੋਡ ਮੀਨਸ ਬਹੁਲਕ। ਬਹੁਲਕ ਕੀ ਹੁੰਦਾ, ਜਿਹੜੀ ਬਹੁਤ ਵਾਰੀ ਆਵੇ, ਜੋ ਸਭ ਤੋਂ ਜ਼ਿਆਦਾ ਰਿਪੀਟ ਹੋਵੇ ਨੰਬਰ, ਉਹੀ ਆਪਣਾ ਕੀ ਹੁੰਦਾ ਬਹੁਲਕ। ਅਗਰ ਦੇਖੀਏ 2 ਹੈ, 2 ਆਪਣੇ ਕੋਲ ਕਿੰਨੀ ਵਾਰੀ ਆ ਰਿਹਾ 3 ਟਾਈਮਸ, 3 ਆ ਰਿਹਾ 2 ਟਾਈਮਸ, 1 ਆ ਰਿਹਾ 1 ਟਾਈਮ, 4 1 ਟਾਈਮ, 5 1 ਟਾਈਮ, 6 1 ਟਾਈਮ, 0 ਵੀ 1 ਟਾਈਮ, ਪਰ ਸਭ ਤੋਂ ਮੈਕਸੀਮਮ ਕੀ ਆਇਆ ਆਪਣੇ ਕੋਲ 2, ਤਾਂ ਆਪਣਾ ਮੋਡ ਕਿੰਨਾ ਆ ਗਿਆ 2। ਅਗਲਾ ਕੁਐਸਚਨ, ਅਗਰ 2 ਟਰਾਇੰਗਲਸ ਨੇ ਆਪਣੇ ਕੋਲ, ਫਸਟ ਚੀਜ਼ ABC ਅਤੇ ਸੈਕਿੰਡ ਹੈਗੀ ਹੈ DEF। ਅਗਰ ਐਂਗਲ A 47 ਦਾ, B ਹੈਗਾ 83, ਅਤੇ C ਕਿੰਨੇ ਦਾ ਹੋਵੇਗਾ।
ਤਾਂ ਨੀਚੇ ਆ ਜਾਏਗਾ ਟੋਟਲ ਨੰਬਰਸ। ਠੀਕ ਹੈ, 6 ਟਾਈਮਸ ਆਰ 6 ਨੰਬਰਸ ਨੇ, 6 ਅਲਫਾਬੈਟਸ ਨੇ ਆਪਣੇ ਕੋਲ। ਤਾਂ ਆਪਾਂ ਕੀ ਕਰਾਂਗੇ ਨਾ, 2 ਦੇ ਟੇਬਲ ਤੇ ਕੱਟ ਕਰ ਦਾਂਗੇ। 2 1 2, 2 3 6। ਤਾਂ ਆਪਣਾ ਆਂਸਰ ਆ ਜਾਏਗਾ 1/3। ਨੈਕਸਟ ਪਾਰਟ, ਸਟੇਟ ਟਰੂ ਔਰ ਫਾਲਸ ਫॉर ਦੀ ਗਿਵਿੰਗ ਸਟੇਟਮੈਂਟ। ਕਿ ਜੋ ਸਟੇਟਮੈਂਟ ਦਿੱਤੀਆਂ ਹੋਈਆਂ ਨੇ ਆਪਾਂ ਨੂੰ ਦੱਸਣਾ ਕਿ ਉਹ ਟਰੂ ਸਟੇਟਮੈਂਟ ਹੈ ਜਾਂ ਫਿਰ ਫਾਲਸ ਸਟੇਟਮੈਂਟ ਹੈ, ਮੀਨ ਸੱਚ ਹੈ ਜਾਂ ਫਿਰ ਝੂਠ। ਦੀ ਵੈਲਿਊ ਆਫ tan a is always less than 1, false। ਕਿ ਜਿਹੜੀ tan ਦੀ ਵੈਲਿਊ ਹੈ ਕਹਿੰਦੇ ਉਹ ਹਮੇਸ਼ਾ 1 ਤੋਂ ਘੱਟ ਹੁੰਦੀ ਹੈ, ਗਲਤ। ਬਿਕੋਜ਼ ਆਫ ਅਗਰ ਆਪਾਂ ਦੇਖੀਏ tan 60 ਦੀ ਵੈਲਿਊ ਹੁੰਦੀ ਹੈ √3, √3 ਇਕੁਅਲ ਹੁੰਦਾ 1.73 ਦੇ, ਪਰ ਇਹ ਤਾਂ 1 ਤੋਂ ਬੜੀ ਹੋ ਗਈ ਹੈ ਨਾ। ਤਾਂ ਇਹਨਾਂ ਨੇ ਕਿਹਾ ਸੀ ਕਿ tan ਦੀ ਵੈਲਿਊ ਜਿਹੜੀ ਹੋਏਗੀ ਉਹ ਹਮੇਸ਼ਾ 1 ਤੋਂ ਘੱਟ ਹੋਏਗੀ, ਤਾਂ ਆਪਾਂ ਕਹਾਂਗੇ ਇਹ ਹੈਗਾ ਫਾਲਸ। ਨੈਕਸਟ ਹੈਗਾ 2 2 2 ਇਜ਼ ਐਨ ਏਪੀ। ਦੇਖੋ ਅਗਰ ਹਰੇਕ ਟਰਮ ਸੇਮ ਹੋਵੇ, ਅਗਰ ਆਪਾਂ ਨੂੰ ਪੁੱਛਿਆ ਜਾਵੇ ਕਿ ਇਹ ਏਪੀ ਹੈਗੀ ਹੈ ਜਾਂ ਫਿਰ ਨਹੀਂ, ਤਾਂ ਤੁਸੀਂ ਕਹੋਗੇ ਹਾਂਜੀ ਇਹ ਏਪੀ ਹੈਗੀ ਹੈ। ਬਿਕੋਜ਼ ਆਫ ਇਹਨਾਂ ਦਾ ਜਿਹੜਾ ਕਾਮਨ ਡਿਫਰੈਂਸ ਉਹ ਹੈਗਾ 0, ਸਾਂਝਾ ਅੰਤਰ 0 ਹੈ। 0 0 ਐਡ ਕਰਦੇ ਹੋਏ ਅਗਲੀ ਟਰਮ ਆਈ ਜਾ ਰਹੀ ਹੈ। ਥਰਡ, ਦ ਡਿਸਕ੍ਰਿਮੀਨੈਂਟ ਆਫ ਏ ਕੁਆਡਰੇਟਿਕ ਇਕੁਏਸ਼ਨ ਇਜ਼ 29। ਤੀਜੇ ਕੁਐਸਚਨ 'ਚ ਕੀ ਕਿਹਾ ਹੈ ਕਿ ਆਪਾਂ ਨੇ ਕੁਆਡਰੇਟਿਕ ਇਕੁਏਸ਼ਨ ਦੋ ਘਾਤੀ ਸਮੀਕਰਨ ਦਿੱਤੀ ਹੈ, ਇਸ ਦਾ ਡਿਸਕ੍ਰਿਮੀਨੈਂਟ ਕਹਿੰਦੇ 29 ਹੁੰਦਾ ਹੈ। ਤਾਂ ਆਪਾਂ ਇਹਨੂੰ ਚੈੱਕ ਕਰਾਂਗੇ। ਦੇਖੋ a ਦੀ ਵੈਲਿਊ ਕਿੰਨੀ ਆਪਣੇ ਕੋਲ ਉਰੇ 2, b ਦੀ -5 ਤੇ c ਦੀ ਹੈਗੀ ਹੈ 2। ਡਿਸਕ੍ਰਿਮੀਨੈਂਟ ਦਾ ਫਾਰਮੂਲਾ ਹੁੰਦਾ ਹੈ b² - 4ac। b ਦੀ ਵੈਲਿਊ ਭਰ ਦਾਂਗੇ ਆਪਾਂ -5, a ਦੀ ਵੈਲਿਊ 2, c ਦੀ ਵੈਲਿਊ ਵੀ 2। -5 ਦਾ ਸਕੇਅਰ ਕਰਾਂਗੇ, 5 5 25, 4 2 8, 8 2 16। 25 ਚੋਂ 16 ਮਾਈਨਸ ਕਰਾਂਗੇ ਤਾਂ ਆਪਣੇ ਕੋਲ ਆ ਜਾਊਗਾ 9। ਆਪਾਂ ਕੀ ਕਹਾਂਗੇ ਕਿ ਸਾਡਾ ਡਿਸਕ੍ਰਿਮੀਨੈਂਟ ਤਾਂ 9 ਆਇਆ ਹੈ, ਬਟ ਇਹਨਾਂ ਨੇ ਕਿੰਨਾ ਕਿਹਾ ਸੀ 29, ਤਾਂ ਇਹ ਕੀ ਹੋ ਗਿਆ ਗਲਤ, ਫਾਲਸ। ਦੀ ਗ੍ਰਾਫ ਆਫ ਏ ਲਾਈਨ y = -5 ਨੈਵਰ ਮੀਟਸ ਦ ਐਕਸੈਸ। ਇਹ ਕਹਿੰਦੇ ਨੇ ਕਿ ਜਿਹੜਾ ਗ੍ਰਾਫ ਬਣੇਗਾ, ਕਿਹਦਾ ਗ੍ਰਾਫ ਬਣੇਗਾ, y = -5 ਦਾ। ਦੇਖੋ y -5 ਕਿੱਥੇ ਹੁੰਦਾ, ਨਿਚਲੀ ਸਾਈਡ। ਹੁਣ ਇਹਦਾ ਗ੍ਰਾਫ ਕਿੱਦਾਂ ਬਣੂਗਾ, ਇੱਦਾਂ ਬਣੇਗਾ। ਤਾਂ ਇਹ ਕਹਿੰਦੇ ਕਿ ਜਿਹੜਾ ਇਹਦਾ ਗ੍ਰਾਫ ਬਣੂਗਾ ਉਹ ਐਕਸ ਐਕਸਿਸ ਨੂੰ ਨੈਵਰ ਮੀਟ, ਮਤਲਬ ਨਹੀਂ ਮਿਲੂਗਾ। ਬਿਲਕੁਲ ਸਹੀ ਗੱਲ ਹੈ। ਇਹ ਗ੍ਰਾਫ ਜਿਹੜਾ ਐਕਸ ਐਕਸਿਸ ਦੇ ਪੈਰਲਰ ਹੋਏਗਾ ਪਰ ਉਹਨੂੰ ਨਹੀਂ ਮੀਟ ਕਰੂਗਾ। ਇਹ ਕੀ ਬਣ ਜੂਗਾ, ਟਰੂ। ਨੈਕਸਟ ਕੁਐਸਚਨ ਹੈਗਾ ਦਾ ਪ੍ਰੋਬੇਬਿਲਿਟੀ the probability of getting a odd number in thrown of a die is 3/4। ਦੇਖੋ ਤੁਸੀਂ ਉਹ ਯਾਦ ਰੱਖਣੇ ਕਿ ਕਿਸੇ ਡਾਈ ਨੂੰ ਥਰੋ ਕਰਨ 'ਤੇ ਜਿਹੜੀ ਈਵਨ ਨੰਬਰ, ਔਡ ਨੰਬਰ ਤੇ ਪ੍ਰਾਈਮ ਨੰਬਰ ਤਿੰਨਾਂ ਦੀ ਪ੍ਰੋਬੇਬਿਲਿਟੀ ਹੁੰਦੀ ਹੈ ਆਪਣੀ 1/2। ਠੀਕ ਹੈ, ਅਗਰ ਕੰਪੋਜ਼ਿਟ ਨੰਬਰਸ ਕਹਿਣਗੇ ਫਿਰ ਉਸਦੀ ਪ੍ਰੋਬੇਬਿਲਿਟੀ ਹੋਏਗੀ 1/3। ਈਵਨ ਨੂੰ ਆਪਾਂ ਕਹਿੰਦੇ ਹਾਂ ਜਿਸਤ, ਔਡ ਨੂੰ ਟਾਂਕ, ਪ੍ਰਾਈਮ ਨੂੰ ਅਪਾਜ ਤੇ ਕੰਪੋਜ਼ਿਟ ਨੂੰ ਕਹਿੰਦੇ ਹਾਂ ਆਪਾਂ ਭਾਜ। ਇਹ ਤੁਸੀਂ ਧਿਆਨ ਰੱਖਣੇ। ਤਾਂ ਹੁਣ ਦੇਖੋ ਆਪਣੇ ਕੋਲ ਔਡ ਨੰਬਰ ਆਉਣ ਦੀ ਪ੍ਰੋਬੇਬਿਲਿਟੀ ਕੀ ਹੁੰਦੀ ਹੈ 1/2, ਬਟ ਇਹਨਾਂ ਨੇ ਕਿੰਨੀ ਕੀ ਹੈ 3/4, ਤੇ ਇਹ ਕੀ ਹੋ ਗਿਆ ਫਾਲਸ। ਨੈਕਸਟ, ਦ ਟੋਟਲ ਸਰਫੇਸ ਏਰੀਆ ਆਫ ਏ ਹੈਮੀਸਫੀਅਰ। ਹੈਮੀਸਫੀਅਰ ਦਾ ਟੋਟਲ ਸਰਫੇਸ ਏਰੀਆ ਕਹਿੰਦੇ 2πr² ਹੁੰਦਾ ਹੈ, ਰੋਂਗ। ਬਿਕੋਜ਼ ਆਫ ਇਹ ਕਿੰਨਾ ਹੁੰਦਾ ਹੈ 3πr²। 2πr² ਇਜ਼ ਦਾ ਕਰਵਡ ਸਰਫੇਸ ਏਰੀਆ ਹੁੰਦਾ ਹੈ, ਨਾ ਕਿ ਟੋਟਲ ਸਰਫੇਸ ਏਰੀਆ, ਤੇ ਇਹ ਕੀ ਹੋ ਗਿਆ ਫਾਲਸ। ਲਾਸਟ, one and only one tangent can be drawn from a point on a circle। ਕਿ ਸਰਕਲ ਦੇ ਇੱਕ ਪੁਆਇੰਟ ਤੋਂ ਸਿਰਫ ਆਪਾਂ ਇੱਕ ਹੀ ਟੈਂਜੈਂਟ ਡਰਾ ਕਰ ਸਕਦੇ ਹਾਂ। ਬਿਲਕੁਲ ਸਹੀ ਗੱਲ ਹੈ। ਠੀਕ ਹੈ, ਅਗਰ ਪਰਟੀਕੂਲਰ ਇੱਕ ਪੁਆਇੰਟ ਤੋਂ ਕਹਿ ਰਹੇ ਨੇ ਤਾਂ ਇੱਕ ਪੁਆਇੰਟ ਤੋਂ ਆਪਾਂ ਸਿਰਫ ਇੱਕ ਹੀ ਟੈਂਜੈਂਟ ਆਪਾਂ ਡਰਾ ਕਰ ਸਕਦੇ ਹਾਂ। ਨੈਕਸਟ ਹੈਗੀਆਂ ਨੇ ਆਪਣੀਆਂ ਫਿਲਿੰਗ ਦੀ ਬਲੈਂਕਸ। ਜਿਹੜਾ ਆਪਣਾ ਨਵਾਂ ਪੈਟਰਨ ਹੈ ਬੱਚਿਓ, ਉਹਦੇ ਵਿੱਚ ਫਿਲਿੰਗ ਦੀ ਬਲੈਂਕਸ ਨਹੀਂ ਆਉਂਦੀਆਂ, ਨਾ ਹੀ ਟਰੂ ਫਾਲਸ ਆਉਂਦੇ ਨੇ, ਬਟ ਇਹ ਕੁਐਸਚਨ ਤੁਹਾਨੂੰ MCQ ਬਣ ਕੇ ਆ ਸਕਦੇ ਨੇ 1 ਮਾਰਕ 'ਚ, ਤਾਂ ਹੀ ਆਪਾਂ ਇਹਨਾਂ ਨੂੰ ਕਰ ਰਹੇ ਹਾਂ। ਲੈਂਥ ਆਫ ਐਨ ਆਰਕ ਆਫ ਏ ਸੈਕਟਰ ਆਫ ਐਂਗਲ P ਡਿਗਰੀ ਆਫ ਏ ਸਰਕਲ ਵਿਦ ਰੇਡੀਅਸ R। ਕਿ ਕੋਈ ਸਰਕਲ ਦਾ ਸੈਕਟਰ ਹੈ, ਇਸ ਸੈਕਟਰ ਦੀ ਆਪਾਂ ਨੂੰ ਦੱਸਣੀ ਹੈ ਕਿ ਆਰਕ ਜਿਹੜੀ ਇਹ ਹੈਗੀ ਹੈ ਇਹਦੀ ਲੈਂਥ ਕਿੰਨੀ ਹੋਏਗੀ ਅਗਰ ਐਂਗਲ P ਹੈ, ਰੇਡੀਅਸ ਇਜ਼ ਦਾ ਕੈਪੀਟਲ R ਹੈ। ਤਾਂ ਲੈਂਥ ਆਫ ਆਰਕ ਦੀ ਕੀ ਫਾਰਮੂਲਾ ਹੁੰਦਾ ਹੈ 2πr
आर, ठीक है, जो रेडियस है वो 2 पाई आर, थीटा, थीटा एंगल कितना अपना पी डिग्री, तो पी डिग्री अपॉन 360, तो अपना उरे आ जाएगा 2 पाई आर पी अपॉन 360। द सम ऑफ प्रोबेबिलिटीज ऑफ ऑल द एलीमेंट्री इवेंट्स ऑफ एन एक्सपेरिमेंट, किसी एक्सपेरिमेंट ਦੇ ਜਿੰਨੀਆਂ ਵੀ ਪ੍ਰੋਬੇਬਿਲਿਟੀਜ਼ ਹੋ ਸਕਦੀਆਂ ਨੇ ਸਾਰਿਆਂ ਦਾ ਸਮ, ਸਾਰਿਆਂ ਸੰਭਾਵਨਾਵਾਂ ਦਾ ਜੋੜ ਹਮੇਸ਼ਾ ਕੀ ਹੁੰਦਾ ਹੈ 1। ਨੈਕਸਟ ਦ ਡਿਸਟੈਂਸ ਆਫ ਦ ਪੁਆਇੰਟ ਫਰੋਮ ਦ ਐਕਸ ਐਕਸਿਸ, ਕੋਈ ਪੁਆਇੰਟ ਦਿੱਤਾ ਹੈ, ਇਸਦੀ ਆਪਾਂ ਨੇ ਐਕਸ ਧੁਰੇ ਤੋਂ ਦੂਰੀ ਕੱਢਣੀ ਹੈ। ਹੁਣ ਦੇਖੋ ਐਕਸ ਧੁਰੇ ਤੋਂ ਦੂਰੀ ਕੱਢਣ ਦਾ ਫਾਰਮੂਲਾ ਕੀ ਹੁੰਦਾ ਹੈ ਕਿ ਜਿਹੜਾ ਆਪਣਾ ਪਿਛਲਾ ਪੁਆਇੰਟ ਹੈ ਉਹੀ ਆਪਣਾ ਆਨਸਰ ਆ ਜਾਂਦਾ ਹੈ। ਜਸਟ ਤੁਸੀਂ ਇਹਨੂੰ ਯਾਦ ਕਰ ਲਓ ਸ਼ਾਰਟਕਟ ਵੇ ਦੇ ਵਿੱਚ। ਅਗਰ ਐਕਸ ਐਕਸਿਸ ਤੋਂ ਕੀ ਹੈ ਡਿਸਟੈਂਸ, ਐਕਸ ਐਕਸਿਸ ਤੋਂ ਕੀ ਹੈ ਤਾਂ ਪਿੱਛੇ ਵਾਲਾ ਵਾਈ ਦਾ ਪੁਆਇੰਟ ਆਨਸਰ ਆ ਜਾਏਗਾ। ਜੇ ਵਾਈ ਐਕਸਿਸ ਤੋਂ ਡਿਸਟੈਂਸ ਕੀ ਹੈ ਤਾਂ ਆਪਣਾ ਅੱਗੇ ਐਕਸ ਵਾਲਾ ਆਨਸਰ ਆ ਜਾਏਗਾ 2। ਐਕਸ ਐਕਸਿਸ ਤੋਂ ਕਿੰਨਾ ਆਊਗਾ ਇਹਦਾ 3। ਉਲਟਾ ਹੁੰਦਾ ਐਕਸ ਐਕਸਿਸ ਤੋਂ ਕੀ ਹੈ ਤਾਂ ਪਿੱਛੇ ਵਾਲਾ, ਵਾਈ ਤੋਂ ਕੀ ਹੈ ਤਾਂ ਅੱਗੇ ਵਾਲਾ। if a pair of equation is consistent, अगर equations that pair consistent है then the lines will be, देखो consistent दो conditions से होंगे, ਜਾਂ ਤਾਂ line intersecting ਹੋਣਗੀਆਂ means ਕਾਟਨੀਆਂ ਹੋਣਗੀਆਂ, ਜਾਂ ਫਿਰ ਉਹ ਕੀ ਹੋਣਗੀਆਂ ਇੱਕ ਦੂਜੇ ਦੇ ਉੱਪਰ ਆਉਂਦੀਆਂ ਹੋਣਗੀਆਂ, ਠੀਕ ਹੈ, ਸੰਪਾਤੀ ਰੇਖਾਵਾਂ ਹੋਣਗੀਆਂ। ਸੈਕਿੰਡ ਆਪਾਂ ਨੇ ਕੀ ਕਿਹਾ ਸੀ ਕਿ ਸੰਪਾਤੀ ਹੋਣ, ਸੰਪਾਤੀ ਨੂੰ ਆਪਾਂ ਕੀ ਕਹਿੰਦੇ ਆ ਕੋਇਨਸੀਡੈਂਟ, ठीक है। इंटरसैक्ट मीनस काटवीं, कॉन्स्टेंट मीनस संपाती रेखावां। इंटरसैक्ट लाइन्स का वन सोल्यूशन होंगे, कॉन्स्टेंट लाइन्स का मैनी सोल्यूशनस होंगे ने। अगला है जी डैश इज़ अ मेजर ऑफ सेंटर टेंडेंसी विच गिव्स द वैल्यू इन द मिडल मोस्ट ऑब्जरवेशन इन द डाटा। देखो जो मिडल की गल हुई है मीनस जी विचकारली वैल्यू होंगी है उन्होंने कहने आ मीडियन, ठीक है। जो एवरेज की गल होएगी तो मीन, जे कहेगी कि हाईएस्ट नंबर ऑफ टाइम वो रिपीट कर रही है वैल्यू तो मोड। इफ द रेडियस ऑफ ए स्फीयर बिकम्स 3 टाइम्स, जो रेडियस ਨੂੰ ਆਪਾਂ 3 ਗੁਣਾ ਵਧਾ ਦਈਏ ਤਾਂ ਵੋਲੀਅਮ ਕਿੰਨਾ ਵੱਧ ਜਾਏਗਾ। ਦੇਖੋ ਸਫੀਅਰ ਦਾ ਜਿਹੜਾ ਹੁੰਦਾ ਆਪਣਾ ਵੋਲੀਅਮ ਹੁੰਦਾ ਇਸ ਦਾ ਫਾਰਮੂਲਾ ਹੁੰਦਾ 4/3 ਪਾਈ ਆਰ ਕਿਊਬ। ਤਾਂ ਉਹਨੂੰ ਕਿਊਬ ਕਰ ਦਾਂਗੇ ਆਪਾਂ, ਜਿੰਨੇ ਟਾਈਮਸ ਉਹਨੂੰ ਇਨਕਰੀਜ਼ ਕਰ ਰਹੇ ਹਾਂ ਤਾਂ 3 3 ਇਜ਼ 9, 9 3 ਇਜ਼ 27, ਤਾਂ ਇਹ ਕਿੰਨੇ ਬਣ ਜਾਏਗਾ 27 ਗੁਣਾ ਜ਼ਿਆਦਾ ਹੋ ਜਾਏਗਾ। ऑल सर्कल्स आर, सारे सर्कल्स की होंगे ने चाहे छोटे ने बड़े ने की ने, सारे सर्कल्स आर सिमिलर, ऑल सर्कल्स आर सिमिलर। हाँ जी स्टूडेंट, मैं आस करती हाँ कि तुहानू ये सारे क्वेश्चन समझ आए होंगे अपने 1 मार्क वाले। मिलते हैं नैक्सट वीडियो दे विच नवे कंसैप्ट दे नाल। तद तक तुसीं इन्हां वीडियोज़ नू अच्छी तरह एडवाइस कर लेना, ठीक है। तो वीडियो नू लाइक शेयर ते चैनल नू सबसक्राइब करना ना भुलना।